गुड मॉर्निंग डियर स्टूडेंट्स क्लास 9th सब्जैक्ट पंजाबी। बेटा पहला ਆਪਾਂ ਸਾਹਿਤਿਕ ਕਿਰਨਾਂ ਬੁੱਕ ਦੇ ਵਿੱਚ ਵਾਰਤਕ ਭਾਗ ਕੀਤਾ ਸੀ। ਮਹਾਤਮਾ ਬੁੱਧ ਦੀਆਂ ਸੁਖਮਤਾਈਆਂ ਅਤੇ ਕਬੱਡੀ ਦੋ ਚੈਪਟਰ ਕਰ ਲਏ ਆਪਾਂ ਵਾਰਤਕ ਭਾਗ ਦੇ ਵਿੱਚ। ਇਸ ਤੋਂ ਪਹਿਲਾਂ ਕੀ ਹੈ ਇਹ ਕਾਵ ਰਚਨਾ ਕਵਿਤਾ ਭਾਗ। ਅੱਜ ਆਪਾਂ ਉਹ ਸ਼ੁਰੂ ਕਰਨ ਜਾ ਰਹੇ ਹਾਂ ਕਵਿਤਾ ਭਾਗ। ਉਹਦਾ ਫਸਟ ਚੈਪਟਰ ਕੀ ਹੈ ਸਾਹਿਤਿਕ ਕਿਰਨਾਂ ਦਾ? ਫਰੀਦਾ ਜੇ ਤੂੰ ਅਕਲ ਲਤੀਫੋ। फरीदा जे तू अकल लतीफू जो कि किसने लिखा हुआ है? बाबा फरीद के श्लोक हैं। पहला आप बाबा फरीद बारे पढ़ांगे, उस तो बाद उसके श्लोक। बाबा फरीद जी प्रसिद्ध सूफी कवि सन। आप पंजाबी कावधारा के मोढी कवि हैं। आप नूं पंजाबी कविता का पितामह भी कहा जाता है। बाबा शेख फरीद का जन्म 1173 ईस्वी नूं पिंड खोतवाल जिला मुल्तान पाकिस्तान विखे होया। आप जी के पिता जी का नाम सुलेमान सी अते माता मरियम जो बहुत नेक ਅਤੇ ਧਾਰਮਿਕ ਖਿਆਲਾਂ ਵਾਲੀ ਇਸਤਰੀ ਸੀ। ਉਹਨਾਂ ਨੇ ਆਪ ਨੂੰ ਬਚਪਨ ਤੋਂ ਹੀ ਅੱਲਾ ਪਰਮਾਤਮਾ ਦੀ ਬੰਦਗੀ ਦੀ ਲਗਨ ਲਾਈ ਸੀ। ਆਪ ਦੇ ਵੱਡੇ ਵਡੇਰੇ ਅਫਗਾਨਿਸਤਾਨ ਦੇ ਸ਼ਾਹੀ ਖਾਨਦਾਨ ਨਾਲ ਸੰਬੰਧ ਰੱਖਦੇ ਸਨ। ਫਰੀਦ ਜੀ ਨੇ ਮੁੱਢਲੀ ਸਿੱਖਿਆ ਪਿੰਡ ਦੀ ਮਸੀਤ ਵਿੱਚੋਂ ਹਾਸਲ ਕੀਤੀ। ਫਿਰ ਉੱਚ ਵਿਦਿਆ ਲਈ ਆਪ ਮੁਲਤਾਨ ਚਲੇ ਗਏ। ਉੱਥੇ ਹੀ ਆਪ ਦਾ ਮੇਲ ਪ੍ਰਸਿੱਧ ਸੂਫੀ ਖਵਾਜਾ ਕੁਤਬਦੀਨ ਬਖਤਿਆਰ ਕਾਕੀ ਜੀ ਨਾਲ ਹੋਇਆ ਤੇ ਆਪ ਉਹਨਾਂ ਦੇ ਮੁਰੀਦ ਬਣ ਗਏ। ਅੱਗੇ ਕੀ ਹੈ ਬੇਟਾ? काकी जी के चलाने मगरों आप उन्होंने गद्दी ते विराजमान होए। फिर आप अजोधन आ टके। इस थां का नाम मगरों पाकपटन पै गया। इत्थे ही 1266 ईस्वी 93 साल की उम्र में आप अल्लाह नूं प्यारे हो गए। बचपन तो ही आप शरह के बहुत पावन सन। आपने सारी जिंदगी परमात्मा का भजन सिमरन करदियां गुजारी। आप बेहद साऊ सुभाਅ के मालक और निमरता की मूरत सन। फरीद जी ने फारसी और लैंदी पंजाबी भाषा में रचना लिखी। आप जी के 112 श्लोक और 4 शब्द श्री गुरु ग्रंथ साहिब विच भी दर्ज हैं। नाशमानता निमरता तो गुरु की शरण रब की रजा विच रहना प्रभु प्रेम दरवेशी जीवन संजमता आपे की पड़चोल करनी आप की रचना के प्रमुख विषय हैं। अगे की है बेटा? फरीदा जे तू अकल लतीफू। मूल पाठ की है? फरीदा जे तू अकल लतीफू काले लिखना लेख अपने गिरीवान मही सिर नीवा कर वेख। ये बेटा पहला औखे शब्द किहड़े आए? देखो जिवें अकल लतीफू। अकल लतीफू का की है मतलब? सूझवान। काले माड़े लेख हुंदा करम। गिरीवान की हुंदा बुक्कल अपने अंदर झाकना। पहला की है बेटा? प्रसंग लिखांगे। जिवें ये श्लोक बाबा फरीद जी द्वारा लिखा गया है जो साहित्यिक किरना पाठ पुस्तक विच फरीदा जे अकल लतीफू श्लोक के सिरलेख हेठ दर्ज है, जिस विच फरीद जी ने सूझवान मनुख नूं उपदेश दिता है कि वो अपने ज्ञान की सही वरतों करे ਅਤੇ ਗਿਆਨ ਦੇ ਹੰਕਾਰ ਵਿੱਚ ਆ ਕੇ ਦੂਜਿਆਂ ਦੀ ਨਿੰਦਿਆ ਨਾ ਕਰੇ ਬਲਕਿ ਆਪਣੇ ਅੰਦਰੂਨੀ ਗੁਨਾਹ ਔਗੁਣਾਂ ਦੀ ਸਵੈ ਪੜਚੋਲ ਕਰੇ। ਕੀ ਲਿਖਾਂਗੇ? ਇਹ ਸ਼ਲੋਕ ਜੋ ਆਪਾਂ ਜੋ ਉੱਪਰ ਸ਼ਲੋਕ ਪੜ੍ਹਿਆ ਉਹ ਬਾਬਾ ਫਰੀਦ ਜੀ ਦਾ ਲਿਖਿਆ ਹੋਇਆ ਹੈ ਜੋ ਸਾਹਿਤਿਕ ਕਿਰਨਾ ਪਾਠ ਪੁਸਤਕ ਕਿਹੜੀ ਕਵਿਤਾ ਕਿਹੜੇ ਸ਼ਲੋਕ 'ਚ ਹੈ? ਫਰੀਦਾ ਜੇ ਤੂੰ ਅਕਲ ਲਤੀਫੂ ਸ਼ਲੋਕ ਦੇ ਸਿਰਲੇਖ ਹੇਠ ਦਰਜ ਹੈ। ਇਸ ਵਿੱਚ ਕੀ ਹੈ? ਫਰੀਦ ਜੀ ਜਿਹੜਾ ਸੂਝਵਾਨ ਮਨੁੱਖ ਹੈ ਉਸਨੂੰ ਉਪਦੇਸ਼ ਦਿੰਦੇ ਹਨ, ਕਹਿੰਦੇ ਹਨ ਕਿ ਤੂੰ ਆਪਣੇ ਗਿਆਨ ਦੀ ਸਹੀ ਵਰਤੋਂ ਕਰ। ਤੂੰ ਹੰਕਾਰ ਵਿੱਚ ਆ ਕੇ ਦੂਜਿਆਂ ਦੀ ਚੁਗਲੀ ਨਾ ਕਰ, ਨਿੰਦਾ ਨਾ ਕਰ ਬਲਕਿ ਆਪਣੇ ਅੰਦਰੂਨੀ ਗੁਨਾਹ ਔਗੁਣਾਂ ਦੀ ਪੜਚੋਲ ਕਰ, ਸਵੈ ਪੜਚੋਲ ਕਰ। ਤੈਨੂੰ ਦੂਜਿਆਂ ਦੇ ਗੁਣ ਔਗੁਣ ਨਹੀਂ ਵੇਖਣੇ ਚਾਹੀਦੇ, ਆਪਣੇ ਅੰਦਰ ਝਾਕ ਕੇ ਆਪਣੇ ਗੁਣ ਔਗੁਣ ਵੇਖਣੇ ਚਾਹੀਦੇ ਹਨ। ਅੱਗੇ ਕੀ ਹੈ? ਵਿਆਖਿਆ। ਵਿਆਖਿਆ ਕੀ ਹੈ ਬੇਟਾ? ਉਹ ਇਹਨਾਂ ਲਾਈਨਾਂ ਦੇ ਵਿੱਚ ਗੁਰੂ ਫਰੀਦ ਜੀ ਕੀ ਕਹਿਣਾ ਚਾਹੁੰਦੇ ਹਨ? ਫਰੀਦ ਜੀ ਕੀ ਕਹਿੰਦੇ ਹਨ? ਫਰੀਦਾ ਜੇ ਤੂੰ ਅਕਲ ਲਤੀਫੂ ਕਾਲੇ ਲਿਖ ਨਾ ਲੇਖ। ਇਸ ਵਿੱਚ ਫਰੀਦ ਜੀ ਸੂਝਵਾਨ ਮਨੁੱਖ ਨੂੰ ਉਪਦੇਸ਼ ਦਿੰਦੇ ਹੋਏ ਸਮਝਾ ਰਹੇ ਹਨ ਜੇ ਤੂੰ ਸੱਚਮੁੱਚ ਹੀ ਬਹੁਤ ਸੂਝਵਾਨ ਹੈ, ਜੇ ਤੂੰ ਸੱਚਮੁੱਚ ਹੀ ਬਹੁਤ ਸੂਝਵਾਨ ਹੈ, ਬੁੱਧੀਮਾਨ ਹੈ ਤਾਂ ਤੂੰ ਕਿਸੇ ਵੀ ਮਾੜੇ ਕਰਮ ਕਰਕੇ ਆਪਣੇ ਆਪ ਚੰਗੇ ਕਰਮਾਂ ਨੂੰ ਮਾੜੇ ਨਾ ਬਣਾ। ਉਹ ਸੂਝਵਾਨ ਵਿਅਕਤੀ ਨੂੰ ਕੀ ਕਹਿ ਰਹੇ ਹੈ? ਜੇ ਤੂੰ ਬਹੁਤ ਹੀ ਸੂਝਵਾਨ ਹੈ ਤਾਂ ਮਾੜੇ ਕਰਮ ਕਰਕੇ ਆਪਣੇ ਚੰਗੇ ਕਰਮਾਂ ਨੂੰ ਮਾੜੇ ਨਾ ਬਣਾ। ਭਾਵ ਤੂੰ ਹੰਕਾਰ ਵਿੱਚ ਆ ਕੇ ਦੂਜਿਆਂ ਦੀ ਨਿੰਦਿਆ ਨਾ ਕਰ, ਦੂਜਿਆਂ ਦੀ ਚੁਗਲੀ ਨਾ ਕਰ, ਉਹਨਾਂ ਦੇ ਗੁਨਾਹ ਔਗੁਣਾਂ ਦੀ ਨੁਕਤਾਚੀਨੀ ਨਾ ਕਰ ਬਲਕਿ ਆਪਣੀ ਅਕਲ ਜਾਂ ਗਿਆਨ ਦੇ ਆਧਾਰ 'ਤੇ ਆਪਣੇ ਹੀ ਮਨ ਦੇ ਅੰਦਰ ਝਾਤੀ ਮਾਰ ਕਿ ਤੂੰ ਕਿੰਨਾ ਗੁਣਵਾਨ ਹੈ। ਤੈਨੂੰ ਕਿਸੇ ਦੇ ਗੁਣ ਔਗੁਣ ਦੇਖਣ ਨਾਲੋਂ ਆਪਣੇ ਹੀ ਅੰਦਰ ਝਾਤੀ ਮਾਰਨੀ ਚਾਹੀਦੀ ਹੈ, ਆਪਣੇ ਹੀ ਅੰਦਰ ਝਾਤੀ ਮਾਰਨੀ ਚਾਹੀਦੀ ਹੈ ਕਿ ਤੇਰੇ ਅੰਦਰ ਕਿੰਨੇ ਗੁਣ ਹਨ। ਅੱਗੇ ਕੀ ਹੈ ਬੇਟਾ? ਉਹ ਕੀ ਕਹਿੰਦਾ ਹੈ? ਆਪਣੇ ਗਿਰੀਵਾਨ ਮਹੀ ਸਿਰ ਨੀਵਾਂ ਕਰ ਕੇ ਵੇਖ। ਆਪਣੇ ਅੰਦਰ ਵੇਖਣ ਲਈ ਜਿਵੇਂ ਆਪਣੀ ਬੁੱਕਲ ਵਿੱਚ ਝਾਤੀ ਮਾਰਨ ਲਈ ਸਿਰ ਨੀਵਾਂ ਕਰਨਾ ਪੈਂਦਾ ਹੈ, ਤੈਨੂੰ ਵੀ ਆਪਣੀ ਅੰਦਰ ਦੀ ਸਵੈ ਪੜਚੋਲ ਕਰਨ ਲਈ ਨਿਮਰਤਾ ਧਾਰਨ ਕਰਨੀ ਪੈਂਦੀ ਹੈ।
ਜੇ ਤੂੰ ਨਿਮਰਤਾ ਸਹਿਤ ਆਪਣੇ ਅੰਦਰ ਦੀ ਪੜਚੋਲ ਕਰੇਗਾ ਤਾਂ ਤੈਨੂੰ ਪਤਾ ਲੱਗ ਜਾਵੇਗਾ ਕਿ ਤੇਰੇ ਅੰਦਰ ਵੀ ਕਿੰਨੇ ਔਗੁਣ ਹਨ, ਤੂੰ ਵੀ ਔਗੁਣਾਂ ਨਾਲ ਭਰਿਆ ਹੋਇਆ ਹੈ। ਇਸ ਲਈ ਸੂਝਵਾਨ ਮਨੁੱਖ ਉਹ ਹੁੰਦਾ ਹੈ ਜਿਹੜਾ ਆਪਣੇ ਅੰਦਰ ਆਪਣੇ ਔਗੁਣਾਂ ਨੂੰ ਧਿਆਨ ਵਿੱਚ ਰੱਖੇ, ਨਾ ਕਿ ਦੂਜਿਆਂ ਦੇ ਲੋਕਾਂ ਦੀ ਨਿੰਦਿਆ ਕਰੇ। ਦੇਖ ਫਰੀਦਾ ਜੋ ਥੀਆ ਦਾੜੀ ਹੋਈ ਭੂਰ, ਅਗੂ ਨੇੜਾ ਆਇਆ ਪਿੱਛੇ ਰਹੇ ਦੂਰ। ਇਹਦੀ ਵਿਆਖਿਆ ਕੀ ਹੈ ਬੇਟਾ? ਪ੍ਰਸੰਗ ਤਾਂ ਉਹੀ ਆ ਜਾਏਗਾ। ਇਹਦੇ ਪਹਿਲਾਂ ਔਖੇ ਸ਼ਬਦ ਕੀ ਹੈ? ਥੀਆ, ਥੀਆ ਦਾ ਮਤਲਬ ਹੋ ਗਿਆ। ਭੂਰ ਚਿੱਟੀ, ਅਗੂ ਭਵਿੱਖ, ਮੌਤ ਦਾ ਸਮਾਂ ਨੇੜਾ ਜਾਂ ਨਜ਼ਦੀਕ, ਪਿੱਛਾ ਬੀਤਿਆ ਹੋਇਆ ਸਮਾਂ ਜਾਂ ਜੀਵਨ। ਇਹ ਵਿਆਖਿਆ ਕੀ ਆ ਜਾਏਗੀ? ਇਸ ਲੋਕ ਵਿੱਚ ਫਰੀਦ ਜੀ ਕੀ ਕਹਿ ਰਹੇ ਹਨ? ਜੋ ਕੁਝ ਸਾਹਮਣੇ ਵਾਪਰ ਰਿਹਾ ਹੈ ਉਸ ਵੱਲ ਦੇਖ। ਦੇਖ ਫਰੀਦਾ ਜੋ ਥੀਆ, ਜੋ ਸਾਹਮਣੇ ਵਾਪਰ ਰਿਹਾ ਹੈ ਉਸ ਵੱਲ ਦੇਖ। ਉਸ ਦੀ ਦਾੜੀ ਚਿੱਟੀ ਹੋ ਗਈ ਹੈ, ਦਾੜੀ ਹੋਈ ਭੂਰ। ਕਹਿੰਦਾ ਜੋ ਤੇਰੇ ਸਾਹਮਣੇ ਹੋ ਰਿਹਾ ਹੈ ਉਸ ਵੱਲ ਦੇਖ, ਦਾੜੀ ਚਿੱਟੀ ਹੋ ਗਈ ਹੈ, ਉਸ 'ਤੇ ਬੁਢਾਪਾ ਆ ਗਿਆ ਹੈ। ਦਾੜੀ ਜੋ ਚਿੱਟੀ ਹੋ ਜਾਂਦੀ ਹੈ ਤਾਂ ਆਪਣੇ ਕੀ ਹੁੰਦਾ? ਬੁਢਾਪਾ ਆ ਗਿਆ ਹੈ। ਜੀਵਨ ਦੀ ਇਹ ਅਵਸਥਾ ਕੀ ਹੁੰਦੀ ਹੈ? ਅੰਤਿਮ ਅਵਸਥਾ ਹੁੰਦੀ ਹੈ। ਜੀਵਨ ਦੀ ਇਹ ਅਵਸਥਾ ਅੰਤਿਮ ਹੁੰਦੀ ਹੈ। ਇਸ ਤੋਂ ਅੱਗੇ ਕੀ ਹੁੰਦੀ ਹੈ ਬੇਟਾ? ਮੌਤ। ਇਸ ਤੋਂ ਅੱਗੇ ਕੀ ਹੁੰਦੀ ਹੈ? ਮੌਤ। ਇਸ ਲਈ ਮੌਤ ਦਾ ਸਮਾਂ ਨੇੜੇ ਆ ਗਿਆ ਹੈ। ਅਗੂ ਨੇੜਾ ਆਇਆ ਪਿੱਛੇ ਰਹਿ ਦੂਰ। ਹੁਣ ਜ਼ਿੰਦਗੀ ਕਹਿੰਦਾ ਥੋੜ੍ਹੀ ਰਹਿ ਗਈ ਹੈ, ਜੀਵਨ ਦਾ ਸਮਾਂ ਬੀਤ ਗਿਆ, ਉਹ ਮੁੜ ਕੇ ਨਹੀਂ ਆਉਂਦਾ। ਇਸ ਲਈ ਤੈਨੂੰ ਵੀ ਹੁਣ ਸੁਚੇਤ ਹੋ ਜਾਣਾ ਚਾਹੀਦਾ ਹੈ। ਕਹਿੰਦਾ ਇਹ ਜੀਵਨ, ਕੋਈ ਵੀ ਵਿਅਕਤੀ ਜੋ ਦੁਨੀਆ ਵਿੱਚ ਆਉਂਦਾ ਹੈ ਉਹ ਸਥਿਰ ਨਹੀਂ ਰਹਿੰਦਾ, ਉਹ ਅਸਥਿਰ ਹੁੰਦਾ ਹੈ। ਕਿਸੇ ਦਾ ਜੀਵਨ ਸਥਿਰ ਨਹੀਂ ਹੁੰਦਾ। ਜੋ ਦੁਨੀਆ 'ਤੇ ਆਇਆ ਹੈ ਉਸਨੇ ਜਾਣਾ ਹੀ ਹੈ। ਫਰੀਦਾ ਜੰਗਲ ਜੰਗਲ ਕਿਆ ਪਵੀ ਬਣੀ ਕੰਡਾ ਮੋਹੀ, ਬਸੀ ਰੱਬ ਹਿਆਲੀਏ ਜੰਗਲੂ ਕਿਆ ਡੂਲੀ। ਜੰਗਲ ਜੰਗਲ ਜੰਗਲਾਂ ਵਿੱਚ, ਕਿਆ ਪਵੀ ਕਿਉਂ ਘੁੰਮਦਾ ਹੈ, ਬਣੀ ਜੰਗਲ ਮੜੋਹੀ ਲਤਾੜਦਾ ਹੈ, ਬਸੀ ਬਸਦਾ ਹੈ, ਹਿਆਲੀਏ ਹਿਰਦੇ ਵਿੱਚ, ਢੂੜੀਏ ਲੱਭਣਾ ਪੈਂਦਾ ਹੈ। ਇਹਨਾਂ ਲਾਈਨਾਂ ਵਿੱਚ ਕਵੀ ਕੀ ਕਹਿੰਦਾ ਹੈ ਕਿ ਤੂੰ ਫਰੀਦਾ ਜੰਗਲ ਜੰਗਲ ਕਿਆ ਪਵੀ ਬਣੀ ਕੰਡਾ ਮੋੜੀਏ। ਫਰੀਦ ਜੀ ਇਹਨਾਂ ਲਾਈਨਾਂ ਵਿੱਚ ਕੀ ਕਹਿੰਦੇ ਹਨ ਕਿ ਤੂੰ ਰੱਬ ਦੀ ਪ੍ਰਾਪਤੀ ਲਈ ਫਾਲਤੂ ਦਾ ਹੀ, ਵਿਅਰਥ ਦਾ ਹੀ ਜੰਗਲਾਂ ਵਿੱਚ ਫਿਰਦਾ ਹੈ। ਕੀ ਕਹਿੰਦੇ ਨੇ ਅਗਿਆਨੀ ਜੀਵ ਨੂੰ? ਕੀ ਕਹਿੰਦੇ ਨੇ ਫਰੀਦ ਜੀ? ਤੂੰ ਉਸ ਪਰਮਾਤਮਾ ਦੀ ਪ੍ਰਾਪਤੀ ਦੇ ਲਈ ਜੰਗਲਾਂ ਵਿੱਚ ਐਵੇਂ ਹੀ ਫਿਰਦਾ ਹੈ। ਵਨੀ ਕੰਡਾ ਮੋੜੀਏ, ਰੱਬ ਦੀ ਪ੍ਰਾਪਤੀ ਲਈ ਤੂੰ ਜੰਗਲਾਂ ਵਿੱਚ ਕੰਡੇ ਕਿਉਂ ਲਤਾੜ ਰਿਹਾ ਹੈ, ਕਿਉਂ ਭਟਕ ਰਿਹਾ ਹੈ? ਰੱਬ ਦੀ ਪ੍ਰਾਪਤੀ ਲਈ ਇਹ ਸਾਰੇ ਤੇਰੇ ਯਤਨ ਵਿਅਰਥ ਹਨ। ਇਸ ਨਾਲ ਸਰੀਰ ਅਤੇ ਮਨ ਨੂੰ ਕਸ਼ਟ ਮਿਲਦਾ ਹੈ, ਰੱਬ ਦੀ ਪ੍ਰਾਪਤੀ ਨਹੀਂ ਹੁੰਦੀ। ਕਿਉਂਕਿ ਬਸੀ ਰੱਬ ਹਿਆਲੀਏ ਜੰਗਲੂ ਕਿਆ ਢੂਲੀਏ, ਕਿਉਂਕਿ ਰੱਬ ਦਾ ਸਾਡੇ ਅੰਦਰ ਵੱਸਦਾ ਹੈ। ਬਸੀ ਰੱਬ ਹਿਆਲੀਏ, ਕਿਉਂਕਿ ਰੱਬ ਦਾ ਸਾਡੇ ਅੰਦਰ ਵੱਸਦਾ ਹੈ। ਇਸ ਨੂੰ ਤੂੰ ਜੰਗਲਾਂ ਵਿੱਚ ਕੀ ਲੱਭਦਾ ਫਿਰਦਾ ਹੈ? ਸ੍ਰਿਸ਼ਟੀ ਦੇ ਕਣ ਵਿੱਚ ਰੱਬ ਮੌਜੂਦ ਹੈ, ਉਸ ਨੂੰ ਜੰਗਲਾਂ ਵਿੱਚੋਂ ਕੀ ਲੱਭਣਾ ਹੈ? ਪਰਮਾਤਮਾ ਕੋਈ ਸਾਕਾਰ ਜੀਵ ਜਾਂ ਕੋਈ ਸਥੂਲ ਵਸਤੂ ਨਹੀਂ ਹੈ, ਉਸ ਨੂੰ ਤਾਂ ਕੇਵਲ ਮਹਿਸੂਸ ਕੀਤਾ ਜਾ ਸਕਦਾ ਹੈ। ਰੁੱਖੀ ਸੁੱਕੀ ਖਾਈ ਕੇ ਠੰਡਾ ਪਾਣੀ ਪੀਓ, ਫਰੀਦ ਦੇਖ ਪਰਾਈ ਚੋਪੜੀ ਨਾ ਤਰਸਾਈ ਜੀਓ। ਰੁੱਖੀ ਸੁੱਕੀ ਕੀ ਹੁੰਦਾ? ਸਧਾਰਨ ਰੋਟੀ। ਪਰਾਈ ਹੁੰਦਾ ਕਿਸੇ ਹੋਰ ਦੀ। ਜੀਓ ਮਨ, ਤਰਸਾਏ ਲਾਲਚ ਕਰਨਾ। ਇਹਨਾਂ ਲਾਈਨਾਂ ਵਿੱਚ ਫਰੀਦ ਜੀ ਮਨੁੱਖ ਨੂੰ ਕੀ ਸਮਝਾ ਰਹੇ ਹਨ? ਤੈਨੂੰ ਜੇਕਰ ਸਾਦਾ ਭੋਜਨ ਵੀ ਮਿਲਦਾ ਹੈ, ਸਾਦਾ ਭੋਜਨ ਵੀ ਨਸੀਬ ਹੁੰਦਾ ਹੈ, ਤਾਂ ਤੈਨੂੰ ਪਰਮਾਤਮਾ ਦਾ ਸ਼ੁਕਰਗੁਜ਼ਾਰ ਕਰਨਾ ਚਾਹੀਦਾ ਹੈ, ਤੈਨੂੰ ਪਰਮਾਤਮਾ ਦਾ ਧੰਨਵਾਦ ਕਰਨਾ ਚਾਹੀਦਾ ਹੈ। ਉਸ ਵੱਲੋਂ ਬਖਸ਼ੀ ਹੋਈ ਰੁੱਖੀ ਸੁੱਕੀ ਰੋਟੀ ਖਾ ਕੇ ਤੈਨੂੰ ਠੰਡਾ ਪਾਣੀ ਪੀ ਲੈਣਾ ਚਾਹੀਦਾ ਹੈ। ਫਰੀਦਾ ਦੇਖ ਭਰਾਈ ਚੋਪੜੀ ਨਾ ਤਰਸਾਈਓ ਜੀਓ। ਦੂਜਿਆਂ ਬੇਗਾਨਿਆਂ ਦੀ ਚੋਪੜੀ ਵੇਖ ਕੇ ਆਪਣੇ ਮਨ ਨੂੰ ਨਹੀਂ ਤਰਸਾਉਣਾ ਚਾਹੀਦਾ, ਆਪਣੇ ਮਨ ਨੂੰ ਦੁਖੀ ਨਹੀਂ ਕਰਨਾ ਚਾਹੀਦਾ। ਇਹਦਾ ਭਾਵ ਕੀ ਹੈ? ਸਾਡੇ ਅੰਦਰ ਸਬਰ ਸੰਤੋਖ ਹੋਣਾ ਚਾਹੀਦਾ ਹੈ, ਸਹਿਣਸ਼ੀਲਤਾ ਦੀ ਭਾਵਨਾ ਹੋਣੀ ਚਾਹੀਦੀ ਹੈ। ਰੱਬ ਨੇ ਜੋ ਸਾਨੂੰ ਦਿੱਤਾ ਹੈ ਉਹ ਬਹੁਤ ਵਧੀਆ ਹੈ, ਸਾਨੂੰ ਕਿਸੇ ਵੱਲ ਦੇਖ ਕੇ ਕੋਈ ਈਰਖਾ ਨਹੀਂ ਕਰਨੀ ਚਾਹੀਦੀ। ਵੀਰਾ ਵੀਰਾ ਆਖੀਏ ਵੀਰਾ ਤੂੰ ਸੁਲਤਾਨ, ਫਰੀਦਾ ਜਿਤ ਤੁਨ ਵਿਰਹੁ ਨਾ ਉਪਜੇ, ਸੋ ਜਨ ਤਨ ਜਾਨ ਮਸਾਨ। ਇਹਨਾਂ ਲਾਈਨਾਂ ਵਿੱਚ ਫਰੀਦ ਜੀ ਕੀ ਕਹਿੰਦੇ ਹਨ? ਕਹਿੰਦਾ ਵੀਰਾ ਵੀਰਾ ਆਖੀਏ ਵੀਰਾ ਤੂੰ ਸੁਲਤਾਨ। ਜਿਹੜਾ ਵੀਰਾ ਹੈ, ਵੀਰਾ ਕੀ ਹੁੰਦਾ? ਵਿਛੋੜਾ। ਵੀਰਾ ਵਿਛੋੜੇ ਨੂੰ ਅਕਸਰ ਕਹਿੰਦਾ ਨਿੰਦਿਆ ਜਾਂਦਾ ਹੈ। ਵੀਰੇ ਨੂੰ ਅਕਸਰ ਕੀ ਕਿਹਾ ਜਾਂਦਾ ਹੈ? ਨਿੰਦਿਆ ਜਾਂਦਾ ਹੈ। ਜਦੋਂ ਕਿ ਵੀਰਾ ਤਾਂ ਕੀ ਹੁੰਦਾ ਹੈ? ਸੁਲਤਾਨ ਹੁੰਦਾ ਹੈ, ਮਹਾਨ ਹੁੰਦਾ ਹੈ। ਕਿਉਂਕਿ ਜਿਵੇਂ ਕਿ ਆਪਾਂ ਨੂੰ ਆਪਣੇ ਨਾਲੋਂ ਕਿਸੇ ਨਾਲੋਂ ਬੇਟਾ ਵਿਛੋੜਾ ਹੁੰਦਾ ਹੈ, ਵਿਛੋੜਾ ਸਹਿ ਹੁੰਦਾ, ਤਾਂ ਆਪਾਂ ਨੂੰ ਆਪਣਿਆਂ ਦੀ ਮਿਲਣ ਦੀ ਤਾਂਘ ਤੇਜ਼ ਹੁੰਦੀ ਹੈ ਕਿ ਜਦੋਂ ਆਪਣਾ ਕੋਈ ਆਪਣੇ ਨਾਲੋਂ ਦੂਰ ਹੋ ਜਾਂਦਾ ਤਾਂ ਆਪਾਂ ਨੂੰ ਹੁੰਦਾ ਨਹੀਂ ਆਪਾਂ ਉਸ ਨੂੰ ਮਿਲਣਾ। ਆਪਣੇ ਅੰਦਰ ਇੱਕ ਮਿਲਾਪ ਦੀ ਤਾਂਘ ਹੁੰਦੀ ਹੈ, ਆਪਾਂ ਨੂੰ ਆਪਣਿਆਂ ਦੀ ਹਰ ਵਕਤ ਯਾਦ ਆਉਂਦੀ ਰਹਿੰਦੀ ਹੈ।
ਇਸ ਤਰ੍ਹਾਂ ਹੀ ਕਹਿੰਦਾ ਆਪਣੇ ਪ੍ਰੀਤਮ ਪਿਆਰੇ ਪਰਮਾਤਮਾ ਨੂੰ ਯਾਦ ਕਰਨਾ ਅਤੇ ਉਸਦੇ ਵਿਛੋੜੇ ਵਿੱਚ ਕੇਵਲ ਉਸਦੇ ਮਿਲਾਪ ਲਈ ਬੇਚੈਨ ਰਹਿਣਾ, ਇਹ ਅਵਸਥਾ ਉਸਦੇ ਮਿਲਾਪ ਨਾਲੋਂ ਘੱਟ ਨਹੀਂ ਹੁੰਦੀ। ਫਰੀਦਾ ਜਿਤ ਤਨ ਵੀਰੁ ਨਾ ਉਪਜੇ ਸੋ ਤਨ ਜਨਮ ਸਨ। ਕਹਿੰਦਾ ਜਿਵੇਂ ਆਪਾਂ ਪ੍ਰੀਤਮ ਪਿਆਰੇ ਨੂੰ ਯਾਦ ਕਰਨਾ ਅਤੇ ਉਸਦੇ ਵਿਛੋੜੇ ਵਿੱਚ ਉਸਦੇ ਮਿਲਾਪ ਲਈ ਬੇਚੈਨ ਰਹਿਣਾ, ਇਹ ਅਵਸਥਾ ਉਸਦੇ ਮਿਲਾਪ ਨਾਲੋਂ ਘੱਟ ਨਹੀਂ ਹੁੰਦੀ, ਉਸਦਾ ਮਿਲਾਪ ਹੀ ਹੁੰਦੀ ਹੈ। ਇਸ ਲਈ ਵੀਰਾ ਕੀ ਹੈ? ਇੱਕ ਸੁਲਤਾਨ ਹੈ, ਮਹਾਨ ਹੈ। ਵੀਰਾ ਵਿਅਕਤੀ ਨੂੰ ਵੀਰਾ ਨਸੀਬ ਨਹੀਂ ਹੁੰਦਾ ਜਿਸ ਕਹਿੰਦਾ ਸਰੀਰ ਦੇ ਵਿੱਚ ਵੀਰਾ ਨਹੀਂ ਹੁੰਦਾ, ਵਿਜੋਗ ਨਹੀਂ ਹੁੰਦਾ, ਤੜਫਣਾ ਨਹੀਂ ਹੁੰਦੀ। ਉਹ ਸਰੀਰ ਕੀ ਹੈ? ਇੱਕ ਮੁਰਦੇ ਵਾਂਗ ਹੈ, ਕਿਉਂਕਿ ਉਸ ਵਿੱਚ ਆਪਣਿਆਂ ਦਾ ਅਹਿਸਾਸ, ਉਸ ਨੂੰ ਪ੍ਰਾਪਤ ਕਰਨ ਦੀ ਤਲਬ ਦਾ ਕੋਈ ਪਤਾ ਨਹੀਂ ਹੁੰਦਾ। ਅੱਗੇ ਕੀ ਹੈ ਬੇਟਾ? ਫਰੀਦਾ ਚਾਰ ਗਵਾਇਆ ਹੰਡਕੇ ਚਾਰ ਗਵਾਇਆ ਸਮੀ, ਲੇਖਾ ਰੱਬੂ ਮੰਗੇਸੀਆ ਤੂੰ ਆਹੋ ਕਰੇ ਕਮੀ। ਇਹਦੇ ਵਿੱਚ ਚਾਰ ਕੀ ਹੁੰਦਾ? ਜ਼ਿੰਦਗੀ ਦੇ ਦਿਨ, ਹੰਡੀ ਕੇ ਦੁਨਿਆਵੀ ਦੌੜ ਭੱਜ ਵਿੱਚ, ਸਮੀ ਸੋ ਕੇ, ਲੇਖਾ ਹਿਸਾਬ, ਮੰਗੇਸੀਆ ਮੰਗੇਗਾ, ਆਹੋ ਆਇਆ, ਕੇਰੇ ਕਿਹੜੇ। ਫਰੀਦ ਜੀ ਕੀ ਕਹਿੰਦੇ ਹਨ ਕਿ ਮਨੁੱਖ ਦੁਨੀਆ ਵਿੱਚ ਆ ਕੇ ਦੁਨਿਆਵੀ ਮੋਹ ਮਾਇਆ ਵਿੱਚ ਗ੍ਰਸਤ ਹੋ ਜਾਂਦਾ ਹੈ। ਹਰੇਕ ਮਨੁੱਖ ਕੀ ਹੈ? ਇਸ ਦੁਨੀਆ ਵਿੱਚ ਆਉਂਦਾ ਹੈ ਅਤੇ ਉਸ ਪਰਮਾਤਮਾ ਨੂੰ ਭੁੱਲ ਜਾਂਦਾ ਹੈ, ਇਸ ਦੁਨਿਆਵੀ ਮੋਹ ਮਾਇਆ ਦੀਆਂ ਚੀਜ਼ਾਂ ਵਿੱਚ ਗ੍ਰਸਤ ਹੋ ਜਾਂਦਾ ਹੈ। ਉਸਨੇ ਆਪਣੀ ਕੀਮਤੀ ਜ਼ਿੰਦਗੀ ਦੇ ਦਿਨਾਂ ਨੂੰ ਜਾਂ ਤਾਂ ਵਿਅਰਥੀ ਦੁਨਿਆਵੀ ਭਟਕਣਾ ਵਿੱਚ ਹੀ ਗਵਾ ਲਿਆ। ਉਹ ਕੀ ਕਹਿੰਦਾ? ਫਰੀਦਾ ਚਾਰ ਗਵਾਇਆ ਹੰਡੀ ਕੇ ਚਾਰ ਗਵਾਇਆ ਸਮੀ। ਕਹਿੰਦਾ ਉਸਨੇ ਜਿਹੜੀ ਆਪਣੀ ਜ਼ਿੰਦਗੀ ਸੀ, ਜ਼ਿੰਦਗੀ ਦੇ ਦਿਨਾਂ ਨੂੰ ਜਾਂ ਤਾਂ ਵਿਅਰਥੀ ਦੁਨਿਆਵੀ ਭਟਕਣਾ ਵਿੱਚ, ਦੁਨਿਆਵੀ ਲਾਲਚਾਂ ਵਿੱਚ ਪਾ ਲਿਆ, ਜਾਂ ਫਿਰ ਸੋ ਕੇ ਗਵਾ ਲਿਆ। ਸਮੀ ਕੀ ਹੁੰਦਾ? ਸੋ ਕੇ ਗਵਾ ਲਿਆ। ਪਰ ਉਸਨੂੰ ਇਹ ਪਤਾ ਹੀ ਨਹੀਂ ਕਿ ਜਦੋਂ ਉਹ ਪਰਮਾਤਮਾ ਦੀ ਧੁਰ ਵਿੱਚ ਜਾਏਗਾ, ਲੇਖਾ ਰੱਬੂ ਮੰਗੇਗਾ ਤਾਂ ਤੂੰ ਆਹੇ ਕਰੇ ਕਮੀ। ਕਹਿੰਦਾ ਉਸਨੂੰ ਇਹ ਪਤਾ ਹੀ ਨਹੀਂ ਜਦੋਂ ਤੂੰ ਪਰਮਾਤਮਾ ਕੋਲ ਜਾਏਗਾ ਤਾਂ ਤੇਥੋਂ ਉਹ ਲੇਖਾ ਮੰਗੇਗਾ ਕਿ ਤੈਨੂੰ ਜ਼ਿੰਦਗੀ ਦੇ ਵਿੱਚ, ਦੁਨੀਆ ਦੇ ਵਿੱਚ ਕੀ ਕੰਮ ਕਰਨ ਲਈ ਭੇਜਿਆ ਸੀ ਅਤੇ ਤੂੰ ਕੀ ਕਰਕੇ ਆਇਆ ਹੈ। ਉਸਨੂੰ, ਮਨੁੱਖ ਨੂੰ ਇਹ ਹੀ ਨਹੀਂ ਪਤਾ ਕਿ ਰੱਬ ਤਾਂ ਅੱਗੇ ਜਾ ਕੇ ਆਪਣੇ ਤੋਂ ਹਿਸਾਬ ਮੰਗੇਗਾ ਨਾ, ਵੀ ਤੁਸੀਂ ਕੀ ਕਰਕੇ ਆਏ ਹੋ ਅਤੇ ਤੈਨੂੰ ਕਿਹੜੇ ਕੰਮ ਕਰਨ ਲਈ ਭੇਜਿਆ ਸੀ, ਤੂੰ ਕਿਹੜੇ ਕੰਮ ਕਰਦਾ ਰਿਹਾ। ਪਰਮਾਤਮਾ ਨੇ ਕਹਿੰਦਾ ਜੀਵ ਦੁਨੀਆ ਨੂੰ ਚੰਗੇ ਕਰਮ ਪਰਮਾਤਮਾ ਆਪਾਂ ਨੂੰ ਕਿਉਂ ਭੇਜਦਾ? ਦੁਨੀਆ 'ਤੇ ਚੰਗੇ ਕਰਮ ਕਰਨ ਲਈ, ਨੇਕੀ ਦਾ ਪਸਾਰਾ ਕਰਨ ਲਈ, ਪਰਮਾਤਮਾ ਦੇ ਗੁਣਗਾਨ ਕਰਨ ਲਈ ਭੇਜਿਆ ਸੀ। ਪਰੰਤੂ ਤੂੰ ਕੀ ਹੈ? ਉਹ ਕੀ ਇਨਸਾਨ ਨੂੰ ਕੀ ਕਹੇਗਾ? ਤੂੰ ਦੁਨੀਆ ਦੀ ਝੂਠੀ ਪ੍ਰੀਤ ਮੋਹ ਮਾਇਆ ਵਿੱਚ ਉਲਝ ਕੇ ਪਰਮਾਤਮਾ ਨੂੰ ਮਨੋਂ ਵਿਸਾਰ ਬੈਠਾ ਹੈ। ਇਸ ਲਈ ਦੁਨੀਆ ਵਿੱਚ ਰਹਿ ਕੇ ਪਰਮਾਤਮਾ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਬੁੱਢਾ ਹੋਇਆ ਸ਼ੇਖ ਫਰੀਦ ਕੰਬਣ ਲੱਗੀ ਦੇ, ਸੌ ਵਰਿਆ ਜੀਵਨਾ ਵੀ ਤਨ ਹੋਸੀ ਕੇ। ਦੇ ਕੀ ਹੁੰਦਾ? ਸਰੀਰ, ਸੌ ਗਿਣਤੀ ਦੇ ਵਿੱਚ, ਵਰਿਆਂ ਸਾਲਾਂ, ਹੋਸੀ ਹੋ ਜਾਏਗਾ ਖੇ ਮਿੱਟੀ। ਇਸ ਸ਼ਲੋਕ ਵਿੱਚ ਫਰੀਦ ਜੀ ਕੀ ਕਹਿੰਦੇ ਹਨ? ਜਦੋਂ ਕਹਿੰਦਾ ਬੁੱਢਾ ਹੋਇਆ ਸ਼ੇਖ ਫਰੀਦ ਕੰਬਣ ਲੱਗੀ ਦੇ, ਜਦੋਂ ਮਨੁੱਖ ਬਜ਼ੁਰਗ ਹੋ ਜਾਂਦਾ ਹੈ, ਬੁੱਢਾ ਹੋ ਜਾਂਦਾ ਹੈ, ਉਸਦਾ ਸਰੀਰ ਕੰਬਣ ਲੱਗ ਜਾਂਦਾ ਹੈ, ਉਸਦੇ ਸਰੀਰ ਵਿੱਚ ਪਹਿਲਾਂ ਵਾਂਗ ਤਾਕਤ